BTV देख रहे सारे दर्शकों ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। 15 ਸਾਲ ਦੀ ਸਜ਼ਾ ਤੋਂ ਬਚਣ ਲਈ ਇੱਕ ਪੰਜਾਬੀ ਭਾਰਤ ਨੂੰ ਹੋਇਆ ਫਰਾਰ। ਬ੍ਰਿਟਿਸ਼ ਕੋਲੰਬੀਆ ਵਿੱਚ ਨਸ਼ਾ ਤਸਕਰੀ ਕਰਨ ਦਾ ਹੈ ਦੋਸ਼ੀ। ਓਨਟਾਰੀਓ ਦੀ ਇੱਕ ਔਰਤ ਆਰਟੀਫੀਸ਼ੀਅਲ ਇੰਟੈਲੀਜੈਂਸ ਫਰਾਡ ਦਾ ਹੋਈ ਸ਼ਿਕਾਰ। 7000 ਤੋਂ ਵੱਧ ਡਾਲਰ ਦਾ ਹੋਇਆ ਨੁਕਸਾਨ। यूक्रेन ਅਤੇ ਰਸ਼ੀਆ ਵਿਚਾਲੇ ਯੁੱਧ 'ਚ ਕੀਵ ਉੱਤੇ ਰੂਸੀ ਮਿਜ਼ਾਈਲ ਹਮਲਿਆਂ ਵਿੱਚ ਦਰਜਨਾਂ ਜ਼ਖਮੀ। ਉੱਤਰੀ ਮੈਕਸੀਕੋ ਦੇ ਜ਼ੈਕਾਟੈਕਸ ਰਾਜ ਵਿੱਚ ਡਰੱਗ ਕਾਰਟਲਾਂ ਦਰਮਿਆਨ ਗੋਲੀਬਾਰੀ ਵਿੱਚ 6 ਦੀ ਹੋਈ ਮੌਤ। ਹੁਣ ਖਬਰਾਂ ਵਿਸਥਾਰ ਨਾਲ। ਕੈਨੇਡੀਅਨ ਅਧਿਕਾਰੀ ਇੰਟਰਪੋਲ ਨੂੰ ਸਰੀ ਬ੍ਰਿਟਿਸ਼ ਕੋਲੰਬੀਆ ਦੇ ਇੱਕ ਵਿਅਕਤੀ ਦੀ ਗ੍ਰਿਫਤਾਰੀ ਲਈ ਰੈੱਡ ਨੋਟਿਸ ਜਾਰੀ ਕਰਨ ਲਈ ਕਿਹਾ ਗਿਆ ਹੈ, ਜੋ ਕੈਨੇਡਾ ਵਿੱਚ ਕੋਕੀਨ ਦੀ ਤਸਕਰੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ, ਪਰ ਜੇਲ੍ਹ ਤੋਂ ਬਚਣ ਲਈ ਕਥਿਤ ਤੌਰ ਤੇ ਭਾਰਤ ਭੱਜ ਗਿਆ। ਰਿਪੋਰਟ ਮੁਤਾਬਕ ਜੇਕਰ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਰੈੱਡ ਨੋਟਿਸ ਵਿਦੇਸ਼ੀ ਪੁਲਿਸ ਏਜੰਸੀਆਂ ਨੂੰ ਰਾਜਕੁਮਾਰ ਮੈਮੀ ਨੂੰ ਗ੍ਰਿਫਤਾਰ ਕਰਨ ਲਈ ਕਹੇਗਾ। ਦੋਸ਼ੀ ਰਾਜਕੁਮਾਰ ਮੈਮੀ ਇੱਕ 60 ਸਾਲਾ ਟਰੱਕ ਡਰਾਈਵਰ ਹੈ, ਜਿਸ ਨੂੰ ਪੀਸ ਆਰਕ ਬਾਰਡਰ ਕ੍ਰਾਸਿੰਗ ਰਾਹੀਂ 80 ਕਿਲੋਗ੍ਰਾਮ ਕੋਕੇਨ ਰੱਖਣ ਅਤੇ ਇੰਪੋਰਟੇਸ਼ਨ ਕਰਨ ਲਈ ਉਸ ਦੀ ਗੈਰ ਹਾਜ਼ਰੀ ਵਿੱਚ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਮੈਮੀ ਦੀ ਗ੍ਰਿਫਤਾਰੀ ਲਈ ਕੈਨੇਡਾ ਵਿਆਪੀ ਵਾਰੰਟ ਵੀ ਜਾਰੀ ਕੀਤਾ ਗਿਆ ਹੈ। ਸਰੀ ਦੇ ਇਸ ਵਿਅਕਤੀ ਨੂੰ ਨਵੰਬਰ 2017 ਦੇ ਸ਼ੁਰੂ ਵਿੱਚ ਸਰਹੱਦ ਤੇ ਫੜਿਆ ਗਿਆ ਸੀ। ਰਿਪੋਰਟ ਮੁਤਾਬਕ ਇੱਕ ਸੈਮੀ ਟ੍ਰੇਲਰ ਚਲਾਉਂਦੇ ਸਮੇਂ ਉਸ ਦੇ ਕੋਲ ਕੋਕੀਨ ਦੀਆਂ ਸੀਲਬੰਦ ਇੱਟਾਂ ਲੁਕੀਆਂ ਹੋਈਆਂ ਮਿਲੀਆਂ ਸਨ। RCMP ਦੀ ਫੈਡਰਲ ਗੰਭੀਰ ਅਤੇ ਸੰਗਠਿਤ ਅਪਰਾਧ ਇਕਾਈ ਨੇ ਨਸ਼ੀਲੇ ਪਦਾਰਥਾਂ ਦੀ ਸਟ੍ਰੀਟ ਕੀਮਤ 3.2 ਮਿਲੀਅਨ ਡਾਲਰ ਹੋਣ ਦਾ ਅਨੁਮਾਨ ਲਗਾਇਆ ਹੈ। ਮੈਮੀ ਨੂੰ ਨਿਯੰਤਰਿਤ ਪਦਾਰਥਾਂ ਦੀ ਇੰਪੋਰਟੇਸ਼ਨ ਕਰਨ ਦੇ ਹਰ ਇੱਕ ਦੋਸ਼ ਵਿੱਚ ਦੋਸ਼ੀ ਪਾਇਆ ਗਿਆ ਸੀ ਅਤੇ ਇਹਨਾਂ ਦੋਸ਼ਾਂ ਵਿੱਚ ਸਤੰਬਰ 2022 ਵਿੱਚ ਤਸਕਰੀ ਦੇ ਉਦੇਸ਼ ਲਈ ਇੱਕ ਨਿਯੰਤਰਿਤ ਪਦਾਰਥ ਰੱਖਣਾ ਵੀ ਸ਼ਾਮਲ ਹੈ। ਰਿਪੋਰਟ ਮੁਤਾਬਕ ਇਸ ਸਜ਼ਾ ਦੀ ਸੁਣਵਾਈ ਪਿਛਲੇ ਜਨਵਰੀ ਨੂੰ ਤੈਅ ਕੀਤੀ ਗਈ ਸੀ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੈਮੀ 11 ਅਕਤੂਬਰ 2022 ਨੂੰ ਵੈਨਕੂਵਰ ਤੋਂ ਨਵੀਂ ਦਿੱਲੀ ਲਈ ਇੱਕ ਫਲਾਈਟ ਵਿੱਚ ਸਵਾਰ ਹੋਇਆ ਸੀ ਅਤੇ ਵਾਪਸ ਕੈਨੇਡਾ ਨਹੀਂ ਆਇਆ। ਉਸ ਦੀ ਗੈਰ ਹਾਜ਼ਰੀ ਦੇ ਬਾਵਜੂਦ ਉਸ ਨੂੰ ਪਿਛਲੇ ਮਹੀਨੇ ਸਰੀ ਦੀ ਸੂਬਾਈ ਅਦਾਲਤ ਵਿੱਚ ਇੰਪੋਰਟੇਸ਼ਨ ਦੇ ਦੋਸ਼ ਵਿੱਚ 9 ਸਾਲ ਅਤੇ ਕਬਜ਼ੇ ਲਈ 6 ਸਾਲ ਦੀ ਸਜ਼ਾ ਸੁਣਾਈ ਗਈ ਸੀ। ਸਟੈਟਿਸਟਿਕਸ ਕੈਨੇਡਾ ਤੋਂ ਉਪਲਬਧ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਕੋਕੀਨ ਦੀ ਵਰਤੋਂ 2020 ਤੋਂ ਲਗਾਤਾਰ ਵਧੀ ਹੈ ਅਤੇ ਬ੍ਰਿਟਿਸ਼ ਕੋਲੰਬੀਆ ਅਤੇ ਸਮੁੱਚੇ ਕੈਨੇਡਾ ਵਿੱਚ ਦੁਰਘਟਨਾ ਵਿੱਚ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੇ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਜੋ ਕੋਈ ਵੀ ਮੈਮੀ ਨੂੰ ਦੇਖਦਾ ਹੈ ਜਾਂ ਉਸ ਦੇ ਠਿਕਾਣੇ ਬਾਰੇ ਜਾਣਕਾਰੀ ਰੱਖਦਾ ਹੈ ਤਾਂ ਉਸ ਵਿਅਕਤੀ ਨੂੰ ਉਸ ਕੋਲ ਨਾ ਆਉਣ ਦੀ ਅਪੀਲ ਕੀਤੀ ਜਾਂਦੀ ਹੈ। ਇਸ ਦੀ ਬਜਾਏ ਗਵਾਹ ਅਤੇ ਟਿਪਸਟਰ ਸਥਾਨਕ ਪੁਲਿਸ ਨਾਲ ਸੰਪਰਕ ਕਰ ਸਕਦੇ ਹਨ ਜਾਂ ਕ੍ਰਾਈਮ ਸਟਾਪਰਸ ਦੁਆਰਾ ਗੁੰਮਨਾਮ ਤੌਰ ਤੇ ਰਿਪੋਰਟ ਕਰ ਸਕਦੇ ਹਨ। ਓਨਟਾਰੀਓ ਦੀ ਇੱਕ ਔਰਤ ਜਿਸਨੇ ਸੋਸ਼ਲ ਮੀਡੀਆ ਤੇ ਇੱਕ ਜਾਲੀ ਖਬਰਾਂ ਦੀ ਰਿਪੋਰਟ ਦੇਖਣ ਤੋਂ ਬਾਅਦ ਇੱਕ ਨਿਵੇਸ਼ ਘੁਟਾਲੇ ਵਿੱਚ 7000 ਡਾਲਰ ਤੋਂ ਵੱਧ ਦਾ ਨੁਕਸਾਨ ਦਾ ਸਾਹਮਣਾ ਕੀਤਾ ਹੈ, ਉਹ ਹੁਣ ਇਸ ਸਕੈਮ ਬਾਰੇ ਲੋਕਾਂ ਨੂੰ ਦੱਸ ਰਹੀ ਹੈ ਅਤੇ ਲੋਕਾਂ ਨੂੰ ਅਜਿਹੇ ਧੋਖਾਧੜੀ ਦੇ ਮਾਮਲਿਆਂ ਤੋਂ ਬਚਣ ਦੀ ਚੇਤਾਵਨੀ ਵੀ ਦੇ ਰਹੀ ਹੈ। ਜਾਣਕਾਰੀ ਮੁਤਾਬਕ ਸ਼ਿਵੋਨ ਟੇਲਰ ਨਾਂ ਦੀ ਔਰਤ ਨੇ ਟੋਰਾਂਟੋ ਦੇ ਇੱਕ ਮੀਡੀਆ ਚੈਨਲ ਨੂੰ ਦੱਸਿਆ ਕਿ ਉਹ ਟਿਕਟੌਕ ਰਾਹੀਂ ਖੋਜ ਕਰ ਰਹੀ ਸੀ ਜਦੋਂ ਉਸ ਨੂੰ ਪਹਿਲੀ ਵਾਰ ਇੱਕ ਖਬਰ ਮਿਲੀ ਜਿਸ ਵਿੱਚ ਦਿਖਾਇਆ ਗਿਆ ਸੀ ਕਿ ਜਿਸ ਵਿਅਕਤੀ ਨੇ ਸਿਰਫ 250 ਡਾਲਰ ਦਾ ਨਿਵੇਸ਼ ਕਰਨਾ ਸ਼ੁਰੂ ਕੀਤਾ ਸੀ, ਉਹ ਹੁਣ 28000 ਡਾਲਰ ਪ੍ਰਤੀ ਮਹੀਨਾ ਕਮਾ ਰਿਹਾ ਹੈ। ਟੇਲਰ ਨੇ ਕਿਹਾ ਕਿ ਕਿਸੇ ਨੇ ਉਸ ਨੂੰ ਨਿਵੇਸ਼ ਪਲੇਟਫਾਰਮ ਨਾਲ ਸੰਪਰਕ ਕਰਨ ਤੋਂ ਅਗਲੇ ਦਿਨ ਫੋਨ ਕੀਤਾ ਅਤੇ ਉਸ ਨੂੰ ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਸ਼ੁਰੂ ਕਰਨ ਲਈ ਕਿਹਾ। ਪਹਿਲਾਂ ਤਾਂ ਉਹਨਾਂ ਨੇ ਟੇਲਰ ਨੂੰ 250 ਡਾਲਰ ਪਾਉਣ ਲਈ ਕਿਹਾ, ਪਰ ਸਮੇਂ ਦੇ ਨਾਲ ਉਹ ਹੋਰ ਪੈਸੇ ਪਾਉਣ ਲਈ ਰਾਜ਼ੀ ਹੋ ਗਈ ਜਦੋਂ ਤੱਕ ਉਸਨੇ 7250 ਡਾਲਰ ਦਾ ਨਿਵੇਸ਼ ਕੀਤਾ। ਪੀੜਤ ਔਰਤ ਨੇ ਕਿਹਾ ਕਿ ਜਦੋਂ ਉਹ ਪੈਸੇ ਕੱਢਣਾ ਚਾਹੁੰਦੀ ਸੀ ਤਾਂ ਉਹ ਨਹੀਂ ਕੱਢ ਸਕੀ। ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਉਸਨੇ ਜੋ ਖਬਰ ਦੇਖੀ ਸੀ ਉਹ ਅਸਲ ਨਹੀਂ ਸੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਹੇਰਾਫੇਰੀ ਕੀਤੀ ਗਈ ਸੀ। ਰਿਪੋਰਟ ਮੁਤਾਬਕ ਇਸੇ ਤਰ੍ਹਾਂ ਦੇ ਨਿਵੇਸ਼ ਘੁਟਾਲਿਆਂ ਵਿੱਚ ਐਲਨ ਮਸਕ ਅਤੇ ਹੋਰ ਮਸ਼ਹੂਰ ਹਸਤੀਆਂ ਦੇ ਡੀਪ ਫੇਕ ਵੀਡੀਓਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਕੈਨੇਡੀਅਨ ਐਂਟੀ ਫਰਾਡ ਸੈਂਟਰ ਦੇ ਮੁਤਾਬਕ ਇਕੱਲੇ 2023 ਦੀ ਪਹਿਲੀ ਛਿਮਾਹੀ ਦੌਰਾਨ 1742 ਪੀੜਤਾਂ ਨੇ ਨਿਵੇਸ਼ ਘੁਟਾਲਿਆਂ ਵਿੱਚ 16,363,182 ਡਾਲਰ ਦਾ ਨੁਕਸਾਨ ਝੇਲਿਆ ਹੈ। ਬੈਟਰ ਬਿਜ਼ਨਸ ਬਿਊਰੋ ਦੇ ਮੁਤਾਬਕ ਨਿਵੇਸ਼ ਘੁਟਾਲੇ ਦੇ ਕੁਝ ਸੰਕੇਤਾਂ ਵਿੱਚ ਬਿਨਾਂ ਕਿਸੇ ਜੋਖਮ ਦੇ ਤੇਜ਼ ਆਸਾਨ ਰਿਟਰਨ ਦੇ ਵਾਅਦੇ, ਬੇਲੋੜੀ ਨਿਵੇਸ਼ ਪੇਸ਼ਕਸ਼ ਸ਼ਾਮਲ ਹਨ ਜੋ ਕਿ ਅਚਾਨਕ ਸਾਹਮਣੇ ਆਉਂਦੇ ਹਨ ਅਤੇ ਤੇਜ਼ੀ ਨਾਲ ਕੰਮ ਕਰਨ ਲਈ ਦਬਾਅ ਪਾਉਂਦੇ ਹਨ। ਹੋਰ ਖਰੀਦਦਾਰਾਂ ਨੂੰ ਛੋਟਾਂ ਦੀ ਭਾਲ ਕਰਨ ਲਈ ਵਾਧੀ ਲਾਗਤ ਦੇ ਨਾਲ ਮਜਬੂਰ ਰਹਿਣ ਲਈ ਚਾਈਨਾ ਦੀ ਬਾਰਗੇਨਿੰਗ ਸ਼ਾਪਿੰਗ ਐਪ ਟੈਮੂ
ਰਿਟੇਲ ਵਿੱਚ ਇੱਕ ਤਾਕਤ ਬਣ ਗਈ ਹੈ। ਐਪਲ ਦੇ ਮੁਤਾਬਕ ਟੈਮੂ ਆਪਣੀ ਸ਼ੌਪ ਲਾਈਕ ਏ ਬਿਲੀਅਨਰ ਟੈਗਲਾਈਨ ਦੇ ਨਾਲ 2023 ਦੀ ਚੋਟੀ ਦੀ ਮੁਫਤ ਆਈਫੋਨ ਐਪ ਹੈ। ਇਸ ਦੇ 48,000 ਰਿਵਿਊਜ਼ ਤੋਂ 4.6 ਰੇਟਿੰਗ ਹੈ। ਪ੍ਰੋਡਕਟਸ ਅਤੇ ਕੱਪੜਿਆਂ ਤੋਂ ਲੈ ਕੇ ਖਿਡੌਣਿਆਂ ਅਤੇ ਘਰੇਲੂ ਸਮਾਨ ਤੱਕ ਸਭ ਕੁਝ ਵੇਚਣ ਨਾਲ ਇਸ ਆਨਲਾਈਨ ਮਾਰਕੀਟਪਲੇਸ ਨੇ ਹਾਈਪ ਬਣਾਇਆ ਹੈ ਅਤੇ ਖਰੀਦਦਾਰਾਂ ਨੂੰ ਇਸ ਦੀਆਂ ਘੱਟ ਕੀਮਤਾਂ, ਮੁਫਤ ਸ਼ਿਪਿੰਗ ਅਤੇ 90 ਦਿਨਾਂ ਦੇ ਅੰਦਰ ਮੁਫਤ ਵਾਪਸੀ ਦੇ ਨਾਲ ਲੋਕਾਂ ਨੂੰ ਲੁਭਾਇਆ ਹੈ। ਚਾਈਨੀਜ਼ ਈ-ਕਾਮਰਸ ਸਾਈਟ ਪਿਨਡਿਊਡਿਓ ਦੀ ਮਲਕੀਅਤ ਟੇਮੂ ਐਪ ਨੂੰ ਫਰਵਰੀ ਵਿੱਚ ਕੈਨੇਡਾ ਵਿੱਚ ਲਾਂਚ ਕੀਤਾ ਗਿਆ ਅਤੇ ਜਲਦੀ ਹੀ ਐਪ ਸਟੋਰ ਅਤੇ ਗੂਗਲ ਪਲੇ ਦੋਵਾਂ ਤੇ ਨਾਰਥ ਅਮਰੀਕਾ ਦੀਆਂ ਸਭ ਤੋਂ ਵੱਧ ਡਾਊਨਲੋਡ ਕੀਤੀਆਂ ਮੁਫਤ ਐਪਾਂ ਵਿੱਚੋਂ ਇੱਕ ਬਣ ਗਿਆ। ਪਰ ਇਸ ਦੀਆਂ ਪ੍ਰਤੀਯੋਗੀ ਕੀਮਤਾਂ, ਜੋ ਕਿ ਟੇਮੂ ਇੱਕ ਸੁਚਾਰੂ ਸਪਲਾਈ ਲੜੀ ਜੋ ਵਿਚੋਲੇ ਅਤੇ ਉਹਨਾਂ ਦੀਆਂ ਲਾਗਤਾਂ ਨੂੰ ਖਤਮ ਕਰਦੀ ਹੈ, ਨੂੰ ਦਰਸਾਉਂਦੀ ਹੈ, ਜਿਸ ਨੂੰ ਲੈ ਕੇ ਇੰਡਸਟਰੀ ਨਿਰੀਖਕਾਂ ਅਤੇ ਸਾਈਬਰ ਸੁਰੱਖਿਆ ਮਾਹਰਾਂ ਨੇ ਸਵਾਲ ਉਠਾਏ ਹਨ। ਇਸ ਬਾਰੇ ਕਿ ਕੀ ਖਪਤਕਾਰ ਘੱਟ ਗੁਣਵੱਤਾ, ਸਾਈਬਰ ਸੁਰੱਖਿਆ ਅਤੇ ਗੋਪਨੀਯਤਾ ਜੋਖਮਾਂ ਲਈ ਛੋਟਾਂ ਦਾ ਵਪਾਰ ਕਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਸਥਾਨਕ ਕਾਰੋਬਾਰੀ ਟੇਮੂ ਦੇ ਪ੍ਰਭਾਵਾਂ ਬਾਰੇ ਅਤੇ ਇਸ ਦੇ ਸੰਭਾਵੀ ਤੌਰ ਤੇ ਅਨੈਤਿਕ ਅਤੇ ਅਸਥਿਰ ਵਪਾਰਕ ਅਭਿਆਸਾਂ ਨੂੰ ਲੈ ਕੇ ਚਿੰਤਤ ਸਨ। ਰਿਪੋਰਟ ਮੁਤਾਬਕ ਐਸੋਸੀਏਟਡ ਪ੍ਰੈਸ ਨੇ ਜੂਨ ਵਿੱਚ ਇੱਕ ਰਿਪੋਰਟ ਦਿੱਤੀ ਸੀ ਕਿ ਯੂਐਸ ਕਾਂਗਰੈਸ਼ਨਲ ਰਿਪੋਰਟ ਦੇ ਮੁਤਾਬਕ ਚੀਨ ਆਧਾਰਿਤ ਵਿਕਰੇਤਾਵਾਂ ਤੋਂ ਟੇਮੂ ਦੀ ਸਪਲਾਈ ਚੇਨ ਫੋਰਸ ਲੇਬਰ ਨਾਲ ਦੂਸ਼ਿਤ ਹੋਣ ਦਾ ਬਹੁਤ ਜ਼ਿਆਦਾ ਜ਼ੋਖਮ ਹੈ। ਕੈਨੇਡਾ ਦੀ ਇੱਕ ਰਿਸਰਚ ਦਰਸਾਉਂਦੀ ਹੈ ਕਿ ਰਿਹਾਇਸ਼ੀ ਸਕੂਲਾਂ ਤੋਂ ਪਿਛਲੇ ਨੁਕਸਾਨਾਂ ਬਾਰੇ ਜਨਤਕ ਜਾਗਰੂਕਤਾ ਵਧੀ ਹੈ, ਪਰ ਸੰਸਥਾਵਾਂ ਦੇ ਸਥਾਈ ਪ੍ਰਭਾਵਾਂ ਬਾਰੇ ਕੈਨੇਡੀਅਨਸ ਨੂੰ ਸਿੱਖਿਅਤ ਕਰਨ ਲਈ ਹੋਰ ਕੰਮ ਕਰਨ ਦੀ ਲੋੜ ਹੈ। ਯੂਨੀਵਰਸਿਟੀ ਆਫ ਮੈਨੀਟੋਬਾ, ਯੂਨੀਵਰਸਿਟੀ ਆਫ ਵਿਕਟੋਰੀਆ ਅਤੇ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਨੈਸ਼ਨਲ ਸੈਂਟਰ ਫॉर ਟਰੂਥ ਐਂਡ ਰੀਕਨਸੀਲੀਏਸ਼ਨ ਦੇ ਸਹਿਯੋਗ ਨਾਲ 2022 ਵਿੱਚ ਮੇਲ ਮਿਲਾਪ ਵੱਲ ਉਹਨਾਂ ਦੀ ਸਾਂਝੀ ਯਾਤਰਾ ਵਿੱਚ ਨੌਨ ਇੰਡੀਜੀਨਸ ਅਤੇ ਇੰਡੀਜੀਨਸ ਲੋਕਾਂ ਦੀ ਪ੍ਰਗਤੀ ਨੂੰ ਮਾਪਿਆ ਹੈ। ਟੀਮ ਨੇ ਇੱਕ ਆਨਲਾਈਨ ਪ੍ਰਸ਼ਨਾਵਲੀ ਰਾਹੀਂ ਦੇਸ਼ ਭਰ ਵਿੱਚ 6 ਖੇਤਰਾਂ ਵਿੱਚ 3174 ਇੰਡੀਜੀਨਸ ਅਤੇ ਨੌਨ ਇੰਡੀਜੀਨਸ ਲੋਕਾਂ ਦਾ ਸਰਵੇਖਣ ਕੀਤਾ। ਉਹਨਾਂ ਨੂੰ 90% ਗੈਰ ਆਵਾਸੀ ਉੱਤਰਦਾਤਾ ਮਿਲੇ ਅਤੇ 94% ਇੰਡੀਜੀਨਸ ਉੱਤਰਦਾਤਾ ਜਿਨ੍ਹਾਂ ਨੇ ਰਿਹਾਇਸ਼ੀ ਸਕੂਲਾਂ ਬਾਰੇ ਪੜ੍ਹਿਆ ਜਾਂ ਸੁਣਿਆ ਸੀ 2021 ਵਿੱਚ ਕ੍ਰਮਵਾਰ 65% ਅਤੇ 87% ਤੋਂ ਵੱਧ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਸੰਭਾਵਤ ਤੌਰ ਤੇ ਕਈ ਸਾਬਕਾ ਰਿਹਾਇਸ਼ੀ ਸਕੂਲਾਂ ਵਿੱਚ ਅਨਮਾਰਕਡ ਬਰੀਅਲ ਸਾਈਟਸ ਦੇ ਵਿਆਪਕ ਪ੍ਰਚਾਰ ਕਾਰਨ ਹੈ ਅਤੇ ਪੋਪ ਫ੍ਰਾਂਸਿਸ ਦੁਆਰਾ ਪਿਛਲੇ ਸਾਲ ਕੈਨੇਡਾ ਦਾ ਦੌਰਾ ਜਿਨ੍ਹਾਂ ਨੇ ਸਕੂਲਾਂ ਨੂੰ ਹੋਏ ਨੁਕਸਾਨ ਲਈ ਮਾਫੀ ਮੰਗੀ ਹੈ, ਉਸ ਦੇ ਕਾਰਨ ਹੈ। ਜਦੋਂ ਕਿ ਰਿਪੋਰਟ ਵਿੱਚ ਸੁਲਹ ਸਫਾਈ ਦੇ ਕਈ ਹੋਰ ਮਹੱਤਵਪੂਰਨ ਉਪਾਵਾਂ ਵਿੱਚ ਵਾਧਾ ਪਾਇਆ ਗਿਆ, ਕੁਝ ਖੇਤਰ ਅਜਿਹੇ ਸਨ ਜਿਨ੍ਹਾਂ ਵਿੱਚ ਇੰਡੀਜੀਨਸ ਭਾਈਚਾਰਿਆਂ ਨਾਲ ਗੈਰ ਆਵਾਸੀ ਲੋਕਾਂ ਦੀ ਸ਼ਮੂਲੀਅਤ ਸਮੇਤ ਸਕਾਰਾਤਮਕ ਰੁਝਾਨ ਨਹੀਂ ਦੇਖਿਆ ਗਿਆ। ਡਗਫੋਰਡ ਸਰਕਾਰ ਹੁਣ ਪੀਲ ਖੇਤਰ ਨੂੰ ਭੰਗ ਨਹੀਂ ਕਰੇਗੀ। ਇਹ ਐਲਾਨ ਲੱਗੇ ਬੁੱਧਵਾਰ ਨੂੰ ਮਿਊਨਿਸਪਲ ਅਫੇਅਰਸ ਅਤੇ ਹਾਊਸਿੰਗ ਮੰਤਰੀ ਪੌਲ ਕੈਲੇਂਟਰਾ ਨੇ ਕੀਤਾ। ਰਿਪੋਰਟ ਮੁਤਾਬਕ ਇਹ ਫੈਸਲਾ ਉਹਨਾਂ ਯੋਜਨਾਵਾਂ ਨੂੰ ਉਲਟਾ ਦੇਵੇਗਾ ਜਿਸ ਨਾਲ ਮਿਸੀਸਾਗਾ, ਬਰੈਂਪਟਨ ਅਤੇ ਕੈਲੇਡਨ 2025 ਤੱਕ ਸਿੰਗਲ ਟੀਅਰ ਸੁਤੰਤਰ ਸ਼ਹਿਰ ਬਣਦੇ ਨਜ਼ਰ ਆਉਣਗੇ। ਰਿਪੋਰਟ ਮੁਤਾਬਕ ਗਰਮੀਆਂ ਵਿੱਚ ਪ੍ਰਗਤੀਸ਼ੀਲ ਕੰਜ਼ਰਵੇਟਿਵਸ ਫਾਸਟ ਟਰੈਕ ਕਾਨੂੰਨ ਹੇਜ਼ਲ ਮੈਕਲੀਅਨ ਐਕਟ ਨੂੰ ਡੱਬ ਕੀਤਾ ਗਿਆ, ਜਿਸ 'ਚ ਕੁਈਨਸ ਪਾਰਕ ਦੁਆਰਾ ਜਨਤਕ ਸਲਾਹ ਨੂੰ ਛੱਡਣਾ ਅਤੇ ਇੱਕ ਤਬਦੀਲੀ ਬੋਰਡ ਤੇ ਜ਼ਿੰਮੇਵਾਰੀ ਪਾਉਣਾ ਸ਼ਾਸਨ ਅਤੇ ਸਾਂਝੀਆਂ ਕੋਰ ਸੇਵਾਵਾਂ ਨਾਲ ਸੰਬੰਧਿਤ ਮੁੱਦਿਆਂ ਦੀ ਸਮੀਖਿਆ ਕਰਨ ਲਈ ਸ਼ਾਮਲ ਹੈ। ਇਸ ਦੇ ਬਜਾਏ ਸਰਕਾਰ ਨਵੇਂ ਸਾਲ ਵਿੱਚ ਕਾਨੂੰਨ ਪੇਸ਼ ਕਰੇਗੀ ਜੋ ਕਿ ਪੀਲ ਰੀਜਨ ਟ੍ਰਾਂਜੀਸ਼ਨ ਬੋਰਡ ਦੇ ਆਦੇਸ਼ ਨੂੰ ਮੁੜ ਕੈਲੀਬ੍ਰੇਟ ਕਰੇਗਾ, ਸਥਾਨਕ ਸਰਕਾਰਾਂ ਨੂੰ ਵਧੇਰੇ ਕੁਸ਼ਲ ਬਣਾਉਣ ਤੇ ਧਿਆਨ ਦੇਣ ਲਈ। ਇਸ ਵਿੱਚ ਪੁਲਿਸਿੰਗ, ਪੈਰਾਮੈਡਿਕਸ ਅਤੇ ਜਨਤਕ ਸਿਹਤ ਵਰਗੀਆਂ ਖੇਤਰੀ ਸੇਵਾਵਾਂ ਵਿੱਚ ਸੁਧਾਰ ਸ਼ਾਮਲ ਹੋਵੇਗਾ। ਬੋਰਡ ਨੂੰ ਸਿਫਾਰਸ਼ਾਂ ਕਰਨ ਲਈ ਕਿਹਾ ਜਾਵੇਗਾ ਜੋ ਸੇਵਾਵਾਂ ਦੀ ਡਿਲੀਵਰੀ ਨੂੰ ਅਨੁਕੂਲ ਬਣਾਉਣ ਤੇ ਹੋਰ ਘਰ ਬਣਾਉਣ ਦੀ ਵਚਨਬੱਧਤਾ ਦਾ ਸਮਰਥਨ ਕਰਦੇ ਹਨ। ਅਧਿਕਾਰੀਆਂ ਨੇ ਇਹ ਸਿਫਾਰਸ਼ਾਂ ਕਹੀਆਂ ਅਤੇ ਉਹਨਾਂ ਦਾ ਮੰਨਣਾ ਹੈ ਕਿ ਇਹ ਫੈਸਲਾ ਖੇਤਰੀ ਨੌਕਰਸ਼ਾਹੀ ਦੀ ਡੁਪਲੀਕੇਟਿਵ ਪਰਤ ਨੂੰ ਹਟਾਉਣ ਵਿੱਚ ਮਦਦ ਕਰੇਗਾ। ਰਿਪੋਰਟ ਮੁਤਾਬਕ ਇਹ ਅਸਪਸ਼ਟ ਹੈ ਕਿ ਇਹ ਕਿਵੇਂ ਕੰਮ ਕਰੇਗਾ ਕਿਉਂਕਿ ਸਾਂਝਾ ਸ਼ਾਸਨ ਅਜੇ ਵੀ ਲਾਗੂ ਰਹੇਗਾ। ਨਿਊਫਾਊਂਡਲੈਂਡ ਅਤੇ ਲੈਬਰਾਡੋਰ ਦੇ ਪੁਲਿਸ ਵਾਚਡੌਗ ਦਾ ਕਹਿਣਾ ਹੈ ਕਿ ਇੱਕ ਅਧਿਕਾਰੀ ਤੇ ਦੋਸ਼ ਲਗਾਉਣ ਦਾ ਕੋਈ ਆਧਾਰ ਨਹੀਂ ਹੈ ਜਿਸਨੇ ਇਸ ਸਾਲ ਦੇ ਸ਼ੁਰੂ ਵਿੱਚ ਸੈਂਟ ਜੌਨ ਵਿੱਚ ਇੱਕ ਸੁਡਾਨੀ ਵਿਅਕਤੀ ਨੂੰ ਇੱਕ ਆਪਰੇਸ਼ਨ ਦੌਰਾਨ ਗੋਲੀ ਮਾਰੀ ਸੀ। ਸੀਰੀਅਸ ਇੰਸੀਡੈਂਟ ਰਿਸਪੌਂਸ ਟੀਮ, ਜਿਸ ਨੂੰ SIRT-NL ਵਜੋਂ ਜਾਣਿਆ ਜਾਂਦਾ ਹੈ, ਨੇ ਲੰਘੇ ਬੁੱਧਵਾਰ ਆਪਣੀ ਰਿਪੋਰਟ ਵਿੱਚ ਕਿਹਾ ਕਿ ਮਰਨ ਵਾਲੇ ਆਦਮੀ ਕੋਲ 2 ਚਾਕੂ ਸਨ ਅਤੇ ਗੋਲੀ ਲੱਗਣ ਤੋਂ ਪਹਿਲਾਂ ਉਸ ਆਦਮੀ ਨੇ ਅਧਿਕਾਰੀ ਤੇ ਹਥੌੜੇ ਨਾਲ ਹਮਲਾ ਕੀਤਾ ਸੀ। ਹਾਲਾਂਕਿ SIRT-NL ਨੇ ਆਦਮੀ ਦਾ ਨਾਮ ਨਹੀਂ ਲਿਆ ਹੈ, ਪਰ ਸੈਂਟ ਜੌਨਸ ਵਿੱਚ ਸੁਡਾਨੀ ਭਾਈਚਾਰੇ ਦੇ ਮੈਂਬਰ ਕਹਿੰਦੇ ਹਨ ਕਿ ਇਹ ਵਿਅਕਤੀ ਉਮਰ ਮੁਹੰਮਦ ਸੀ ਜੋ ਕਿ ਇੱਕ ਸ਼ਰਨਾਰਥੀ ਅਤੇ ਸਾਬਕਾ ਬਾਲ ਸਿਪਾਹੀ ਸੀ ਜਿਸ ਨੂੰ ਮਦਦ ਦੀ ਲੋੜ ਸੀ ਪਰ ਉਸ ਨੂੰ ਉਹ ਮਦਦ ਪ੍ਰਾਪਤ ਨਹੀਂ ਹੋਈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੁਹੰਮਦ ਨੂੰ 12 ਜੂਨ ਦੀ ਸਵੇਰ ਨੂੰ ਇੱਕ ਸਥਾਨਕ ਰੁਜ਼ਗਾਰ ਕੇਂਦਰ ਵਿੱਚ ਪੁਲਿਸ ਉਸ ਨੂੰ ਫੜਨ ਲਈ ਆਈ ਸੀ, ਜਿੱਥੇ 2 ਰਾਇਲ ਨਿਊਫਾਊਂਡਲੈਂਡ ਕਾਂਸਟੇਬਲ ਅਫਸਰਾਂ ਨੇ ਪਹੁੰਚਣ ਤੋਂ 5 ਮਿੰਟ ਬਾਅਦ ਆਪਣੇ ਸੈਲਫ ਡਿਫੈਂਸ ਵਿੱਚ ਗੋਲੀ ਚਲਾਈ। ਰਿਪੋਰਟ ਮੁਤਾਬਕ ਸੈਂਟਰ ਦੇ ਸਟਾਫ ਨੇ ਪੁਲਿਸ ਨੂੰ ਬੁਲਾਇਆ ਕਿਉਂਕਿ ਉਹਨਾਂ ਨੇ ਮੁਹੰਮਦ ਨੂੰ ਪਛਾਣ ਲਿਆ ਸੀ ਅਤੇ ਜਾਣਦੇ ਸੀ ਕਿ ਉਸ ਦੀ ਗ੍ਰਿਫਤਾਰੀ ਲਈ ਇੱਕ ਬਕਾਇਆ ਵਾਰੰਟ ਸੀ। SIRTNL ਦਾ ਕਹਿਣਾ ਹੈ ਕਿ ਉਸਨੇ ਤਾਕਤ ਦੀ ਵਰਤੋਂ ਵਿੱਚ ਇੱਕ ਸੁਤੰਤਰ ਸੂਬੇ ਤੋਂ ਬਾਹਰ ਮਾਹਰ ਨੂੰ ਕੰਟੈਕਟ ਕੀਤਾ, ਜਿਸਨੇ ਸਿੱਟਾ ਕੱਢਿਆ ਕਿ ਮੁਹੰਮਦ ਸੁਸਾਇਟੀ ਲਈ ਇੱਕ ਗੰਭੀਰ ਖਤਰਾ ਹੈ ਅਤੇ ਇਹ ਕਿ ਅਫਸਰ ਦਾ ਜਵਾਬ ਮਾਪਿਆ ਅਤੇ ਢੁਕਵਾਂ ਸੀ। ਯੂਕਰੇਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਕਰੇਨ ਦੀ ਰਾਜਧਾਨੀ ਕੀਵ ਤੇ ਰਾਤ ਭਰ ਮਿਜ਼ਾਈਲ ਹਮਲਿਆਂ ਦੀ ਲਹਿਰ ਵਿੱਚ ਦਰਜਨਾਂ ਲੋਕ ਜ਼ਖਮੀ ਹੋ ਗਏ ਹਨ। ਕੀਵ ਦੇ ਮੇਅਰ ਵਿਟਾਲੀ ਕਲਿਚਕੋ ਨੇ ਕਿਹਾ ਕਿ ਹਮਲਿਆਂ ਵਿੱਚ 6 ਬੱਚਿਆਂ ਸਮੇਤ 53 ਲੋਕ ਜ਼ਖਮੀ ਹੋਏ ਹਨ। ਕਿੰਡਰਗਾਰਟਨ ਅਤੇ ਹਸਪਤਾਲ ਦੀਆਂ ਇਮਾਰਤਾਂ ਕਥਿਤ ਤੌਰ ਤੇ ਮਲਬੇ ਨਾਲ ਨੁਕਸਾਨੀਆਂ ਗਈਆਂ ਸਨ, ਕਿਉਂਕਿ ਅਧਿਕਾਰੀਆਂ ਨੇ ਕਿਹਾ ਕਿ 10 ਰੂਸੀ ਬੈਲਿਸਟਿਕ ਮਿਜ਼ਾਈਲਾਂ ਨੂੰ ਮਾਰਿਆ ਗਿਆ ਸੀ। ਇਹ ਹਮਲੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਦੇ ਅਮਰੀਕਾ ਛੱਡਣ ਤੋਂ ਬਾਅਦ ਹੋਏ ਹਨ। ਰਿਪੋਰਟ ਮੁਤਾਬਕ ਕਾਂਗਰਸ ਲਈ ਯੂਕਰੇਨ ਲਈ ਹੋਰ ਫੌਜੀ ਸਹਾਇਤਾ ਲਈ ਸਹਿਮਤ ਹੋਣ ਦੀ ਉਸਦੀ ਬੇਨਤੀ ਨੇ ਝਿਜਕਦੇ ਰਿਪਬਲਿਕਨਾਂ ਨੂੰ ਜਿੱਤਣ ਵਿੱਚ ਬਹੁਤ ਘੱਟ ਤਰੱਕੀ ਕੀਤੀ। ਕੀਵ ਤੇ ਲੰਘੇ ਬੁੱਧਵਾਰ ਦਾ ਹਮਲਾ ਪਿਛਲੇ ਹਫ਼ਤੇ ਰਾਜਧਾਨੀ ਤੇ ਤੀਜਾ ਰੂਸੀ ਮਿਜ਼ਾਈਲ ਹਮਲਾ ਹੈ। ਹਾਲਾਂਕਿ ਹਾਲ ਹੀ ਦੇ ਹਫ਼ਤਿਆਂ ਵਿੱਚ ਕੀਵ ਨੂੰ ਰੂਸੀ ਡਰੋਨਾਂ ਦੁਆਰਾ ਨਿਸ਼ਾਨਾ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਲੰਘੇ ਸ਼ੁੱਕਰਵਾਰ ਨੂੰ 79 ਦਿਨਾਂ ਵਿੱਚ ਪਹਿਲੀ ਵਾਰ ਸ਼ਹਿਰ ਉੱਤੇ ਕਰੂਜ਼ ਮਿਸਾਈਲਾਂ ਦਾਗੀਆਂ ਗਈਆਂ, ਜਦੋਂ ਕਿ ਲੰਘੇ ਸੋਮਵਾਰ ਅਤੇ ਤਾਜ਼ਾ ਹਮਲੇ ਵਿੱਚ ਬੈਲਿਸਟਿਕ ਮਿਸਾਈਲਾਂ ਦੀ ਵਰਤੋਂ ਕੀਤੀ ਗਈ। ਉੱਥੇ ਹੀ ਯੂਕਰੇਨ ਦੀ ਹਵਾਈ ਸੈਨਾ ਨੇ ਕਿਹਾ ਕਿ ਉਸਨੇ 에ਅਰਕ੍ਰਾਫਟ ਮਿਜ਼ਾਈਲਾਂ ਦੀ ਵਰਤੋਂ ਕਰਦੇ ਹੋਏ ਸ਼ਹਿਰ ਵੱਲ ਉਡਾਨ ਭਰਨ ਵਾਲੇ ਸਾਰੇ 10 ਟਿੱਚਿਆਂ ਨੂੰ ਡੇਗ ਦਿੱਤਾ ਹੈ। ਉੱਤਰੀ ਮੈਕਸੀਕੋ ਰਾਜ ਜ਼ੈਕਾਟੇਕਸ ਵਿੱਚ ਡਰੱਗ ਕਾਰਟੇਲ ਬੰਦੂਕਧਾਰੀਆਂ ਵਿਚਾਲੇ ਹੋਈ ਗੋਲੀਬਾਰੀ 'ਚ 6 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਜ਼ੈਕਾਟੇਕਸ ਰਾਜ ਸੁਰੱਖਿਆ ਪ੍ਰੀਸ਼ਦ ਨੇ ਕਿਹਾ ਕਿ ਲਾਸ਼ਾਂ ਇੱਕ ਪੇਂਡੂ ਖੇਤਰ ਵਿੱਚੋਂ ਮਿਲੀਆਂ ਹਨ ਜੋ ਬੋਕੁਇਲਾ ਡੇਲ ਕਾਰਮੇਨ ਵਜੋਂ ਜਾਣਿਆ ਜਾਂਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਮ੍ਰਿਤਕ ਗਰੋਹ ਵਿੱਚੋਂ ਇੱਕ ਨਾਲ ਸੰਬੰਧਿਤ ਜਾਪਦਾ ਹੈ, ਪਰ ਇਸ ਦਾ ਨਾਂ ਨਹੀਂ ਦੱਸਿਆ ਗਿਆ ਹੈ। ਪੁਲਿਸ ਅਤੇ ਸਿਪਾਹੀਆਂ ਨੇ 2 ਲੋਕ ਜ਼ਖਮੀ ਵੀ ਪਾਏ, ਨਾਲ ਹੀ ਇੱਕ ਹਥਿਆਰਬੰਦ ਸ਼ੱਕੀ ਅਤੇ ਬੰਦੂਕਾਂ ਅਤੇ ਇੱਕ ਗ੍ਰੇਨੇਡ ਬਰਾਮਦ ਕੀਤਾ ਗਿਆ। ਉੱਥੇ ਹੀ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਰਿਪੋਰਟ ਮੁਤਾਬਕ ਉਹਨਾਂ ਨੂੰ ਇੱਕ ਕਿਸਮ ਦਾ ਪੇਂਡੂ ਕੈਂਪ ਵੀ ਮਿਲਿਆ ਜੋ ਅਕਸਰ ਕਾਰਟੇਲਾਂ ਦੁਆਰਾ ਸਿਖਲਾਈ ਅਤੇ ਆਪਰੇਸ਼ਨਾਂ ਜਿਵੇਂ ਕਿ ਅਗਵਾ ਪੀੜਤਾਂ ਨੂੰ ਰੱਖਣ ਲਈ ਵਰਤਿਆ ਜਾਂਦਾ ਹੈ। ਕੌਂਸਲ ਨੇ ਕਿਹਾ ਕਿ ਡੇਰੇ ਨੂੰ ਦੁਬਾਰਾ ਵਰਤਣ ਤੋਂ ਰੋਕਣ ਲਈ ਤਬਾਹ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਜ਼ੈਕਾਟੇਕਸ, ਹੈਲਿਸਕੋ ਅਤੇ ਸਿਨਾਲੋਆ ਕਾਰਟੇਲਾਂ ਵਿਚਕਾਰ ਖੂਨੀ ਮੈਦਾਨੀ ਲੜਾਈਆਂ ਦਾ ਦ੍ਰਿਸ਼ ਰਿਹਾ ਹੈ, ਜੋ ਅਕਸਰ ਸਥਾਨਕ ਗਰੋਹਾਂ ਰਾਹੀਂ ਕੰਮ ਕਰਦੇ ਹਨ। ਇੱਕ ਸਵੀਡਿਸ਼ ਸਰਕਾਰੀ ਵਕੀਲ ਨੇ ਲੰਘੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਇੱਕ ਨਿਰਮਾਣ ਸਾਈਟ ਐਲੀਵੇਟਰ ਦੇ ਕ੍ਰੈਸ਼ ਦੀ ਸ਼ੁਰੂਆਤੀ ਜਾਂਚ, ਜਿਸ ਨਾਲ 5 ਲੋਕ ਮਾਰੇ ਗਏ ਸਨ ਤੇ ਕੰਮ ਵਾਲੀ ਥਾਂ ਤੇ 2 ਹੋਰ ਸੰਭਾਵਿਤ ਉਲੰਘਣਾਵਾਂ ਸ਼ਾਮਲ ਕਰਨ ਲਈ ਦਾ ਵਿਸਥਾਰ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਲਿਫਟ ਇੱਕ ਅਧੂਰੀ ਇਮਾਰਤ ਦੇ ਬਾਹਰਲੇ ਪਾਸੇ ਮਾਊਂਟ ਕੀਤੀ ਗਈ, ਜੋ ਲੰਘੇ ਸੋਮਵਾਰ ਨੂੰ ਇੱਕ ਸਟਾਕਹੋਮ ਉਪਨਗਰ ਵਿੱਚ ਜ਼ਮੀਨ ਤੇ 20 ਮੀਟਰ ਹੇਠਾਂ ਡਿੱਗ ਗਿਆ, ਜਿਸ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ, ਪਰ ਸਾਈਟ ਤੇ ਉਸਾਰੀ ਰੁਕ ਗਈ ਹੈ। ਕੇਸ ਦੇ ਇੰਚਾਰਜ ਸੀਨੀਅਰ ਸਰਕਾਰੀ ਵਕੀਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੁੱਢਲੀ ਜਾਂਚ ਦਾ ਦਾਇਰਾ 2 ਲੋਕਾਂ ਜੋ ਐਲੀਵੇਟਰ ਨਾਲ ਜਾਣ ਤੋਂ ਬਚਿਆ ਬਾਰੇ ਜਾਣਕਾਰੀ ਦੇ ਨਾਲ ਵਧਾਇਆ ਗਿਆ ਸੀ, ਜੋ ਆਖਰਕਾਰ ਕ੍ਰੈਸ਼ ਹੋ ਗਿਆ ਸੀ। ਹਾਲਾਂਕਿ ਸਰਕਾਰੀ ਵਕੀਲ ਨੇ ਇਸ ਮਾਮਲੇ 'ਚ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਐਲੀਵੇਟਰ ਦੇ ਨਿਰਮਾਤਾ ਐਲੀਮੈਕ ਗਰੁੱਪ ਨੇ ਕਿਹਾ ਕਿ ਇਸ ਨਿਰਮਾਣ ਸਾਈਟ ਤੇ ਪ੍ਰਤੀਨਿਧੀ ਮੌਜੂਦ ਸਨ, ਜਿਸ ਨੇ ਕ੍ਰੈਸ਼ ਤੋਂ ਬਾਅਦ ਦੇਖਿਆ ਕਿ 2 ਮਾਸਟ ਭਾਗਾਂ ਨੂੰ ਸਹੀ ਢੰਗ ਨਾਲ ਬੋਲਟ ਨਹੀਂ ਕੀਤਾ ਗਿਆ ਸੀ। ਰਿਪੋਰਟ ਮੁਤਾਬਕ ਕੰਪਨੀ ਨੇ ਕਿਹਾ ਕਿ ਉਸਨੇ ਐਲੀਵੇਟਰ ਨਹੀਂ ਲਗਾਇਆ ਹੈ। ਐਲੀਮੈਕ ਗਰੁੱਪ ਦੇ CEO ਓਲ ਕ੍ਰਿਸਟਨ ਜੋਡਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਲਹਿਰਾਉਣ ਵਾਲੇ 2 ਮਾਸ ਸੈਕਸ਼ਨਾਂ ਨੂੰ ਇਕੱਠੇ ਨਹੀਂ ਬੋਲਟ ਕੀਤਾ ਗਿਆ ਸੀ, ਜੋ ਕਿ ਐਲੀਵੇਟਰ ਦੇ ਜ਼ਮੀਨ ਤੇ ਡਿੱਗਣ ਦਾ ਕਾਰਨ ਹੋ ਸਕਦਾ ਹੈ। ਬਿਲਡਿੰਗ ਸਾਈਟ ਨੂੰ ਚਲਾਉਣ ਵਾਲੀ ਕੰਸਟਰਕਸ਼ਨ ਕੰਪਨੀ ਨੇ ਕਿਹਾ ਕਿ ਮਰਨ ਵਾਲੇ 5 ਕਾਮੇ ਉਪ ਠੇਕੇਦਾਰਾਂ ਦੁਆਰਾ ਕੰਮ ਕਰਦੇ ਸਨ। ਬੁਲਟਨ ਵਿੱਚ ਅੱਜ ਦੇ ਲਈ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।